ਭਾਜਪਾ ਦੇ 6 ਵਾਰ ਬਣੇ ਲੋਕ ਸਭਾ ਮੈਂਬਰ ਨੇ ਜਿਹੜੇ WFI ਦੇ ਚੀਫ ਵੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ। ਉਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਪਹਿਲਵਾਨ ਜਿਹੜੇ 올림픽 ਤੱਕ ਖੇਡੇ। ਪਲੇਅਰ ਔਰ ਇੱਕ ਐਸੋਸੀਏਸ਼ਨ ਆ, ਉਹਨਾਂ ਦੀ ਕਾਫੀ ਆਪਸ 'ਚ ਟਿਫ ਰਹਿੰਦੀ ਹੈ। ਅੱਜ ਸਾਰੇ ਪਲੇਅਰ ਇਕੱਠੇ ਹੋ ਕੇ ਐਸੋਸੀਏਸ਼ਨ ਦੇ ਅਗੇਂਸਟ ਆਏ ਆ ਤਾਂ ਇਹ ਗੱਲ ਬਹੁਤ ਵੱਧ ਚੁੱਕੀ ਸੀ ਤਾਂ ਹੀ ਹੋਇਆ। ਐਸੋਸੀਏਸ਼ਨ ਚਾਹੇ ਤਾਂ ਕਿਸੇ ਪਲੇਅਰ ਦਾ ਨੁਕਸਾਨ ਵੀ ਕਰ ਸਕਦੀ ਹੈ, लेकिन अगर सारे प्लेयर हम इकट्ठे हो रहे हैं और फेडरेशन के अगेंस्ट जा रहे हैं और फेडरेशन की कमियां नूं उजागर कर रहे हैं तो गल बहुत वध चुकी सी। वे हरियाणा के खेड मंत्री तक इल्जाम लग गए, एक कोच ने ला दिते। पुलिस से इन्वेस्टिगेशन आ गई कि पुलिस किस चीज़ से लेके जा रही है। एसोसीएशन के जोड़े ऑफिस बेरर वो भुल जाते हैं कि एसोसीएशन प्लेयर करके है। अगर प्लेयर ही नहीं है तो फिर एसोसीएशन कहानी भाई किस चीज़ की एसोसीएशन है। टोक्यो ओलंपिक तक हर ओलंपिक्स इंडिया का रैसलिंग मैडल आया। ये रैसलिंग फेडरेशन लोग जान रहे हैं तो वो प्लेयर करके तो अगर वो प्लेयर नाल मिसबिहेव करती है, प्लेयर इज्जत नहीं देती तो ही ये प्रॉब्लम आती है। एक बहुत मशहूर किताब एक सिरलेख अखाड़ा के तहत छापी जिस ते एक नामवर मूवी भी बन चुकी है उस कहानी ते दंगल मूवी। और इतने विनेश ने जो ये आरोप लाया हरासमेंट का, ਅਸੀਂ ਬੇਇੱਜ਼ਤੀ ਦੀ ਗੱਲ ਕਰਦੇ ਆ ਉਹ ਮਹਿਸੂਸ ਕਰਨ ਚ ਹੈ। ਕੋਈ ਬੰਦਾ ਥੱਪੜ ਵੀ ਮਾਰ ਦਿੱਤਾ, ਅਗਲਾ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪਿਆ। ਅਗਰ ਇੱਕ ਦੋ ਪਲੇਅਰ ਨੂੰ ਸਟ੍ਰੈਸ ਕਰਤਾ, ਉਹਦਾ ਕਰੀਅਰ ਖਰਾਬ ਕਰ ਗਿਆ ਤਾਂ 10 ਬੰਦੇ ਚੁੱਪ ਹੋ ਜਾਂਦੇ ਆ। ਕੁੜੀ ਦਾ ਸਾਡੇ ਸਮਾਜ 'ਚ ਵੈਸੇ ਉਹਨੂੰ ਬਹੁਤ ਸਟਰਗਲ ਕਰਨਾ ਪੈਂਦਾ ਹੈ। ਪਹਿਲੀ ਉਹਦੀ ਲੜਾਈ ਆਪਣੇ ਘਰ ਤੋਂ ਸ਼ੁਰੂ ਹੋ ਜਾਂਦੀ ਹੈ, ਫਿਰ ਸਮਾਜ ਆ ਜਾਂਦਾ, ਉਹਦੇ ਬਾਅਦ ਉਹ ਸਪੋਰਟਸ ਕਰਦੀ ਹੈ। ਦੇਸ਼ ਪੱਧਰ ਦੇ ਵਿੱਚ ਖੇਡਾਂ ਦਾ ਹਾਲ ਕੀ ਹੈ ਤੁਸੀਂ ਜਾਣਦੇ ਹੋ। ਸਾਡੇ ਮੈਡਲ ਵੀ ਆਉਂਦੇ ਨੇ, ਖਿਡਾਰੀ ਨਾਮ ਉੱਚਾ ਵੀ ਕਰਦੇ ਨੇ, ਪਰ ਉਦੋਂ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਜਦੋਂ ਸਿਆਸਤਦਾਨਾਂ ਤੇ ਖਾਸ ਕਰਕੇ ਜਿਹੜੇ ਖੇਡ ਖੇਤਰ ਦੇ ਵਿੱਚ ਮੁਖੀ ਦੇ ਤੌਰ ਤੇ ਤਾਂ ਬਹਿ ਜਾਂਦੇ ਨੇ ਪਰ ਗੰਭੀਰ ਇਲਜ਼ਾਮ ਲੱਗਦੇ ਨੇ। ਮੈਂ ਗੱਲ ਕਰ ਰਿਹਾ ਭਾਜਪਾ ਦੇ 6 ਵਾਰ ਬਣੇ ਲੋਕ ਸਭਾ ਮੈਂਬਰ ਨੇ ਜਿਹੜੇ WFI ਦੇ ਚੀਫ ਵੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜਿਹੜੇ ਕਿ यूपी ਦੇ ਲੋਕ ਸਭਾ ਮੈਂਬਰ ਨੇ। ਉਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਪਹਿਲਵਾਨ ਜਿਹੜੇ 올림픽 ਤੱਕ ਖੇਡੇ ਉਹ ਬੈਠ ਚੁੱਕੇ ਨੇ। ਉਹਨਾਂ ਵਿੱਚ ਨਾਮਵਾਰ ਪਹਿਲਵਾਨ ਨੇ, ਕੁਸ਼ਤੀ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਜੰਤਰ ਮੰਤਰ ਮੈਦਾਨ 'ਚ ਪੱਕਾ ਮੋਰਚਾ ਲਾ ਲਿਆ। ਪੂਰੇ ਜੜ ਕੀ ਹੈ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਮਸਲੇ ਦੇ ਵਿੱਚ ਇੱਕ ਸੰਦਰਭ ਦੇ ਤੌਰ ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਸਪੋਰਟਸ ਜਰਨਲਿਸਟ ਆਪ ਵੀ ਬਤੌਰ ਖਿਡਾਰੀ ਦੇ ਤੌਰ ਤੇ ਵਿਚਰਦੇ ਰਹੇ ਨੇ ਸੌਰਵ ਦੁੱਗਲ, ਉਹ ਮੇਰੇ ਨਾਲ ਨੇ, ਖੁਦ ਵੀ ਸਪੋਰਟਸ ਚੈਨਲ ਚਲਾਉਂਦੇ ਨੇ ਔਰ ਸਪੋਰਟਸ ਗਾਉਂ ਦੇ ਨਾਂ ਤੋਂ ਉਹਨਾਂ ਨਾਲ ਅਸੀਂ ਸਾਰੀਆਂ ਗੱਲਾਂ ਕਰਦੇ ਹਾਂ। ਦੁੱਗਲ ਸਾਹਿਬ, ਸਭ ਤੋਂ ਪਹਿਲੀ ਤੇ ਮੁੱਢਲੀ ਗੱਲ, ਖੇਡਾਂ ਦੇ ਖੇਤਰ ਵਿੱਚ ਇੱਕ ਆਪਣੇ ਆਪ 'ਚ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਇੱਕ ਨਾਮ ਲੈਂਦੇ ਹਾਂ ਕਿਸੇ ਦਾ। ਜਦੋਂ ਇਸ ਤਰ੍ਹਾਂ ਦੇ ਚਿੰਤਾ ਦੇ ਵਿਸ਼ੇ ਆਉਣ, ਸਰੀਰਕ ਸ਼ੋਸ਼ਣ ਤੱਕ ਦੇ ਇਲਜ਼ਾਮ ਲੱਗ ਜਾਣ ਉਹਨਾਂ ਪਦਵੀਆਂ ਤੇ ਜਿਨ੍ਹਾਂ ਨੇ ਸਾਂਭਣਾ ਹੈ ਸਾਰੇ ਢਾਂਚੇ ਨੂੰ, ਫਿਰ ਕੀ ਕਹੋਗੇ? ਦੇਖੋ, ਜਿਹੜੀ ਇੱਕ ਪਲੇਅਰ ਔਰ ਇੱਕ ਐਸੋਸੀਏਸ਼ਨ ਆ ਉਹਨਾਂ ਦੀ ਕਾਫੀ ਆਪਸ 'ਚ ਟਿਫ ਰਹਿੰਦੀ ਹੈ। ਲੇਕਿਨ ਜਿਹੜਾ ਐਸੋਸੀਏਸ਼ਨ ਹੈ ਕਿ ਪਲੇਅਰ ਨੂੰ ਪਤਾ ਕਿ ਮੈਂ ਐਸੋਸੀਏਸ਼ਨ ਨਹੀਂ ਮੈਨੂੰ ਭੇਜਣਾ ਹੈ, ਐਸੋਸੀਏਸ਼ਨ ਹੀ ਟੀਮ ਸਿਲੈਕਟ ਕਰਦੀ ਹੈ, ਐਸੋਸੀਏਸ਼ਨ ਹੀ ਕੈਂਪ ਕਰਦੀ ਹੈ ਤਾਂ ਪਲੇਅਰ ਕਿਤੇ ਨਾ ਕਿਤੇ ਰੁਕ ਜਾਂਦਾ ਹੈ। ਲੇਕਿਨ ਅਗਰ ਅੱਜ ਸਾਰੇ ਪਲੇਅਰ ਇਕੱਠੇ ਹੋ ਕੇ ਐਸੋਸੀਏਸ਼ਨ ਦੇ ਅਗੇਂਸਟ ਆਏ ਆ ਤਾਂ ਇਹ ਗੱਲ ਬਹੁਤ ਵੱਧ ਚੁੱਕੀ ਸੀ ਤਾਂ ਹੀ ਹੋਇਆ। ਨਹੀਂ ਤਾਂ ਛੋਟੀ ਮੋਟੀ ਕਈ ਵਾਰ ਪਲੇਅਰ ਜਿਹੜਾ ਹੈ ਉਹ ਇਗਨੋਰ ਕਰ ਦਿੰਦਾ ਕਿ ਉਹਨੂੰ ਪਤਾ ਕਿ ਵੀ ਮੇਰੇ ਤੇ ਜਿਹੜੇ ਉੱਤੇ ਪੈਡੈਸਟਲ ਤੇ ਐਸੋਸੀਏਸ਼ਨ ਹੈ, ਕਿਉਂਕਿ ਸਾਡਾ ਜਿਹੜਾ ਢਾਂਚਾ ਦੇਸ਼ ਦਾ ਉਹਦੇ 'ਚ ਐਸੋਸੀਏਸ਼ਨ ਹੀ ਟੌਪ ਤੇ ਹੈ ਕਿ ਪਲੇਅਰ ਨੂੰ ਜਾਣਾ ਹੈ, ਸਿਲੈਕਸ਼ਨ ਕਰਨੀ ਹੈ, ਟਰਾਇਲ ਕਰਨਾ ਹੈ। ਐਸੋਸੀਏਸ਼ਨ ਚਾਹੇ ਤਾਂ ਕਿਸੇ ਪਲੇਅਰ ਦਾ ਨੁਕਸਾਨ ਵੀ ਕਰ ਸਕਦੀ ਹੈ। ਤਾਂ ਇਹ ਸੋਚਦੇ ਹੋਏ ਕਈ ਵਾਰ ਪਲੇਅਰ ਛੋਟੀ ਮੋਟੀ ਕਈ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਹੈ, ਕਈ ਵਾਰ ਆਪਣਾ ਰੈਜ਼ਿਸਟੈਂਸ ਵੀ ਦਿਖਾਉਂਦਾ ਹੈ, ਰੋਸ਼ ਵੀ ਦਿਖਾਉਂਦਾ, ਬਟ ਉਹ ਚੁੱਪ ਹੋ ਜਾਂਦਾ ਹੈ। ਲੇਕਿਨ ਅਗਰ ਸਾਰੇ ਪਲੇਅਰ ਹੁਣ ਇਕੱਠੇ ਹੋ ਰਹੇ ਹੈ ਔਰ ਫੈਡਰੇਸ਼ਨ ਦੇ ਅਗੇਂਸਟ ਜਾ ਰਹੇ ਹੈ ਔਰ ਫੈਡਰੇਸ਼ਨ ਦੀ ਕਮੀਆਂ ਨੂੰ ਉਜਾਗਰ ਕਰ ਰਹੇ ਤਾਂ ਗੱਲ ਬਹੁਤ ਵੱਧ ਚੁੱਕੀ ਸੀ। ਅਜਿਹੇ ਮਾਮਲੇ ਸੱਚਾਈ ਕਿੰਨੀ ਹੁੰਦੀ ਹੈ? ਤਾਜ਼ਾ ਹੀ ਆਪਣੇ ਗੁਆਂਢੀ ਸੂਬੇ ਹਰਿਆਣਾ ਦੇ ਖੇਡ ਮੰਤਰੀ ਤੱਕ ਇਲਜ਼ਾਮ ਲੱਗ ਗਏ, ਇੱਕ ਕੋਚ ਨੇ ਲਾ ਦਿੱਤੇ। ਜਦੋਂ ਇਸ ਤਰ੍ਹਾਂ ਦੇ ਮਸਲੇ ਉੱਠਦੇ ਆ ਉਹ ਵੀ ਰਸੂਖਦਾਰਾਂ ਦੇ ਖਿਲਾਫ, ਸੱਚਾਈ ਕਿੰਨੀ ਨਿਕਲਦੀ ਹੈ ਬਾਅਦ 'ਚ? ਦੇਖੋ, ਇਹ ਦੋਨੋਂ ਚੀਜ਼ਾਂ ਬਿਲਕੁਲ ਡਿਫਰੈਂਟ ਹੈ। ਕਿਉਂਕਿ ਅਗਰ ਤੁਸੀਂ ਅੱਜ ਜਿਹੜੀ ਰੈਸਲਿੰਗ ਦੀ ਗੱਲ ਕਰ ਰਹੇ ਆ ਉਹ ਕਰੋ, ਜਾਂ ਅਗਰ ਤੁਹਾਨੂੰ ਇਹ ਹੈ ਕਿ ਵੀ ਇਲਜ਼ਾਮ ਕਿੱਤੇ ਲੱਗਦੇ ਆ, ਕਿਉਂਕਿ ਉਹ ਫਿਰ ਲੀਗਲ ਮਸਲਾ ਆ ਜਾਂਦਾ ਕਿ ਵੀ ਅਗਰ ਪੁਲਿਸ ਤੇ ਇਨਵੈਸਟੀਗੇਸ਼ਨ ਆ ਗਈ ਕਿ ਪੁਲਿਸ ਕਿਸ ਚੀਜ਼ ਤੇ ਲੈ ਕੇ ਜਾ ਰਹੀ ਹੈ। ਲੇਕਿਨ ਅਗਰ ਐਸੋਸੀਏਸ਼ਨ ਦੀ ਗੱਲ ਕਰੀਏ ਕਿ ਐਸੋਸੀਏਸ਼ਨ ਜਿਹੜੀ ਹੈ ਅਗਰ ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਕਿਉਂਕਿ ਐਸੋਸੀਏਸ਼ਨ ਦਾ ਕੰਮ ਕੀ ਹੈ? ਐਸੋਸੀਏਸ਼ਨ ਦਾ ਕੰਮ ਹੈ ਗੇਮ ਨੂੰ ਪ੍ਰਮੋਟ ਕਰਨਾ, ਪਲੇਅਰ ਨੂੰ ਇਨਕਰੇਜ ਕਰਨਾ। ਲੇਕਿਨ ਕਈ ਵਾਰੀ ਕੀ ਹੁੰਦਾ, ਐਸੋਸੀਏਸ਼ਨ ਦੇ ਜਿਹੜੇ ਆਫਿਸ ਬੇਰਰ ਉਹ ਇਹ ਭੁੱਲ ਜਾਂਦੇ ਆ ਕਿ ਐਸੋਸੀਏਸ਼ਨ ਪਲੇਅਰਾਂ ਕਰਕੇ ਹੈ। ਅਗਰ ਪਲੇਅਰ ਹੀ ਨਹੀਂ ਹੈ ਤਾਂ ਫਿਰ ਐਸੋਸੀਏਸ਼ਨ ਕਹਾਣੀ ਬਈ ਕਿਸ ਚੀਜ਼ ਦੀ ਐਸੋਸੀਏਸ਼ਨ ਹੈ। ਔਰ ਅਗਰ ਤੁਸੀਂ ਰੈਸਲਿੰਗ ਦੀ ਗੱਲ ਕਰੋ, 2008 올림픽ਸ ਤੋਂ ਲੈ ਕੇ ਬੀਜਿੰਗ 올림픽ਸ ਦੇ ਬਾਅਦ ਟੋਕੀਓ 올림픽 ਤੱਕ ਹਰ 올림픽ਸ ਇੰਡੀਆ ਦਾ ਰੈਸਲਿੰਗ 'ਚ ਮੈਡਲ ਆਇਆ। ਤਾਂ ਅੱਜ ਜਿਹੜੀ ਰੈਸਲਿੰਗ ਨੂੰ ਪ੍ਰੋਮੀਨੈਂਸ ਮਿਲ ਰਹੀ ਹੈ, ਰੈਸਲਿੰਗ ਫੈਡਰੇਸ਼ਨ ਨੂੰ ਲੋਕ ਜਾਣ ਰਹੇ ਹੈ ਤਾਂ ਉਹ ਪਲੇਅਰਾਂ ਕਰਕੇ ਹੈ। ਤਾਂ ਅਗਰ ਉਹ ਪਲੇਅਰਾਂ ਨਾਲ ਮਿਸਬਿਹੇਵ ਕਰਦੀ ਹੈ, ਪਲੇਅਰਾਂ ਨੂੰ ਇੱਜ਼ਤ ਨਹੀਂ ਦਿੰਦੀ
ਤਾਂ ਹੀ ਇਹ ਪ੍ਰੋਬਲਮਸ ਆਉਂਦੀ ਹੈ। ਕਿਉਂਕਿ ਪਲੇਅਰ ਨੂੰ ਕੀ ਹੈ, ਪਲੇਅਰ ਨੂੰ ਇੱਕ ਰਿਸਪੈਕਟ ਚਾਹੀਦੀ ਹੈ। ਤੁਸੀਂ ਐਸੋਸੀਏਸ਼ਨ ਦੇ ਔਰ ਇਹ ਗੱਲ ਨਹੀਂ ਹੁੰਦੀ ਕਿ ਸਿਰਫ ਵੀ ਪ੍ਰੈਜ਼ੀਡੈਂਟ ਹੈ, ਵੀ ਪ੍ਰੈਜ਼ੀਡੈਂਟ ਦੇ ਇਲਾਵਾ ਹੋਰ ਜਿਹੜੇ ਆਫਿਸ ਬੇਅਰਰ ਹੈ, ਆਫਿਸ ਸੈਕਟਰੀ ਹੈ, ਆਫਿਸ ਦੇ ਹੋਰ ਅਗਰ ਕੋਈ ਵੀ ਪਲੇਅਰ ਨਾਲ ਬਦਸਲੂਕੀ ਕਰਦਾ ਹੈ, ਚਾਹੇ ਕੋਚ ਵੀ ਹੈ, ਉਹਦਾ ਸਾਰਾ ਕੁਝ ਜਿਹੜਾ ਵੀ ਫੈਡਰੇਸ਼ਨ ਤੇ ਆਊਗਾ। ਵੀ ਫੈਡਰੇਸ਼ਨ ਨੂੰ ਹਰ ਚੀਜ਼ ਦੇਖਣੀ ਹੈ ਕਿ ਮੇਰਾ ਜਿਹੜਾ ਪਲੇਅਰ ਹੈ, ਜਿਹੜਾ ਦੇਸ਼ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹਨੂੰ ਉਹਦੀ ਜਿਹੜਾ ਮਾਨ ਸਨਮਾਨ ਮਿਲੇ, ਉਹਦਾ ਕੋਈ ਉਹਦੇ ਨਾਲ ਨਜਾਇਜ਼ ਨਾ ਹੋਏ। ਤਾਂ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ, ਜਦੋਂ ਬੰਦਾ ਐਰੋਗੈਂਸ ਤੇ ਆ ਜਾਂਦਾ ਹੈ, ਡਿਕਟੇਟਰਸ਼ਿਪ ਤੇ ਆ ਜਾਂਦਾ ਹੈ, ਤਾਂ ਹੀ ਇਸ ਤਰੀਕੇ ਦੀ ਚੀਜ਼ਾਂ ਹੁੰਦੀਆਂ। ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ? ਕਿਉਂਕਿ ਤੁਸੀਂ ਇੱਕ ਬਹੁਤ ਮਸ਼ਹੂਰ ਕਿਤਾਬ, ਇੱਕ ਸਿਰਲੇਖ ਅਖਾੜਾ ਦੇ ਤਹਿਤ ਛਾਪੀ, ਜਿਸ ਤੇ ਇੱਕ ਨਾਮਵਰ ਮੂਵੀ ਵੀ ਬਣ ਚੁੱਕੀ ਹੈ ਉਸ ਕਹਾਣੀ ਤੇ, ਦੰਗਲ ਮੂਵੀ ਸਾਰੇ ਜਾਣਦੇ ਹੋਣਗੇ। ਅਖਾੜਾ ਮੂਵੀ ਜਿਹੜਾ ਅਖਾੜਾ ਕਿਤਾਬ ਹੈ, ਉਸ ਦੇ ਤੁਸੀਂ ਇੱਕ ਲੇਖਕ ਵਜੋਂ ਵੀ ਕੰਮ ਕੀਤਾ, ਸਪੋਰਟਸ ਵਿੱਚ ਵੀ ਤਜਰਬਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਨਜ਼ਰ ਕੀ ਆਉਂਦਾ ਜਦੋਂ ਇਸ ਤਰ੍ਹਾਂ ਦੇ ਇਸ਼ੂ ਉੱਠਦੇ ਹੈ? ਕੀ ਲੱਗਦਾ ਕੀ ਹੈ? ਦੇਖੋ, ਜਿਹੜੇ ਅਖਾੜਾ ਕਿਤਾਬ ਹੈ ਉਹ ਮਹਾਵੀਰ ਫੋਗਾਟ ਦੀ ਜੀਵਨੀ ਹੈ, ਉਹਨਾਂ ਦੀ ਫੈਮਿਲੀ ਬਾਰੇ ਹੈ, ਉਹਨਾਂ ਦੀ ਜਿਹੜੀ ਬੇਟੀਆਂ ਉਹਨਾਂ ਦੇ ਬਾਰੇ ਹੈ, ਉਹਨਾਂ ਦੀ ਕੀ ਅਚੀਵਮੈਂਟ ਹੈ। ਤਾਂ ਇਹ ਪਰਿਵਾਰ ਦਾ ਜਿਹਦੇ ਗੀਤਾ, ਬਬੀਤਾ, ਰਿਤੂ, ਸੰਗੀਤਾ ਔਰ ਵਿਨੇਸ਼, ਇਹ ਸਾਰਿਆਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਔਰ ਜਿਹੜੀ ਇੱਕ ਵੂਮਨ ਰੈਸਲਿੰਗ ਦੀ ਇੱਕ ਰੈਵੋਲੂਸ਼ਨ ਜਿਹੜੀ ਕਹਿ ਸਕਦੇ ਆ, ਉਹ ਫੋਗਾਟ ਫੈਮਿਲੀ ਨੂੰ ਉਸ ਚੀਜ਼ ਦਾ ਕ੍ਰੈਡਿਟ ਜਾਂਦਾ ਔਰ ਮਹਾਵੀਰ ਫੋਗਾਟ ਨੂੰ ਵੀ ਉਸ ਚੀਜ਼ ਦਾ ਜਾਂਦਾ ਹੈ। ਹੁਣ ਜਿਹੜਾ ਬਜਰੰਗ ਪੁਨੀਆ ਓਲੰਪਿਕ ਮੈਡਲਿਸਟ ਹੈ, ਉਹਨਾਂ ਦੀ ਜਿਹੜੀ ਸਭ ਤੋਂ ਛੋਟੀ ਡਾਟਰ ਹੈ ਸੰਗੀਤਾ, ਉਹਦਾ ਹਸਬੈਂਡ ਹੈ। ਤਾਂ ਇਹ ਫੈਮਿਲੀ ਜਿਹੜੀ ਹੈ, ਇਹ ਰੈਸਲਿੰਗ ਦੇ ਆਲੇ ਦੁਆਲੇ ਘੁੰਮ ਰਹੀ ਹੈ। ਤਾਂ ਔਰ ਇੱਥੇ ਵਿਨੇਸ਼ ਨੇ ਜਦੋਂ ਇੱਕ ਆਰੋਪ ਲਾਇਆ ਹਰਾਸਮੈਂਟ ਦਾ, ਤਾਂ ਹਰਾਸਮੈਂਟ ਇੱਕ ਜਿਹੜਾ ਪਲੇਅਰ ਹੈ, ਕਿਉਂਕਿ ਕਈ ਚੀਜ਼ਾਂ ਹੁੰਦੀ ਹੈ ਕਿ ਜਿਹੜੀ ਅਸੀਂ ਬੇਇੱਜ਼ਤੀ ਦੀ ਗੱਲ ਕਰਦੇ ਹਾਂ, ਉਹ ਮਹਿਸੂਸ ਕਰਨ 'ਚ ਹੈ ਕਿ ਅਗਰ ਕਿਸੇ ਨੂੰ ਕੋਈ ਬੰਦਾ ਥੱਪੜ ਵੀ ਮਾਰ ਦੇ ਤਾਂ ਅਗਲਾ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪਿਆ, ਔਰ ਕਿਸੇ ਨੂੰ ਕੋਈ ਗਲਤ ਤਰੀਕੇ ਨਾਲ ਵੀ ਬੋਲੇ ਤਾਂ ਵੀ ਉਹਨੂੰ ਲੱਗਦਾ। ਤਾਂ ਇਹ ਜਿਹੜੇ ਸੈਂਸਿਟਿਵ ਪਲੇਅਰ ਹੈ, ਕਿਉਂਕਿ ਇਹ ਦੇਸ਼ ਵਾਸਤੇ ਖੇਡ ਰਹੇ ਹੈ, ਇਹ ਕੋਈ ਛੋਟੇ ਪਲੇਅਰ ਨਹੀਂ ਹੈ, ਇਹਨਾਂ ਦਾ ਓਲੰਪਿਕ ਮੈਡਲ ਹੈ, ਵਰਲਡ ਚੈਂਪੀਅਨਸ਼ਿਪ 'ਚ ਮੈਡਲ ਹੈ। ਤਾਂ ਇਹਨਾਂ ਨੂੰ ਇੱਕ ਰਿਸਪੈਕਟ ਤਾਂ ਉਸ ਤਰੀਕੇ ਦੀ ਦੇਣੀ ਪਏਗੀ। ਲੇਕਿਨ ਤੁਸੀਂ ਹਰ ਟਾਈਮ ਇਹ ਨਹੀਂ ਕਹਿ ਸਕਦੇ ਕਿ ਵੀ ਜੋ ਫੈਡਰੇਸ਼ਨ ਦੇ ਆਫੀਸ਼ੀਅਲਸ ਹੈ, ਠੀਕ ਹੈ, ਡਿਸਿਪਲਿਨ ਰੱਖਣਾ ਜ਼ਰੂਰੀ ਹੈ ਕਿ ਵੀ ਨੈਸ਼ਨਲ ਕੈਂਪਸ ਹੋਣ, ਨੈਸ਼ਨਲ ਚੈਂਪੀਅਨਸ਼ਿਪ ਪਲੇਅਰ ਕਰੇ, ਪਲੇਅਰ ਪਾਰਟਿਸਿਪੇਟ ਕਰੇ, ਲੇਕਿਨ ਨਾਲੇ ਫੈਡਰੇਸ਼ਨ ਨੂੰ ਉਹ ਰਿਸਪੈਕਟ ਦੇਣੀ ਪਏਗੀ ਪਲੇਅਰ ਨੂੰ। ਉਹ ਇਹ ਨਹੀਂ ਕਹਿ ਸਕਦਾ ਕਿ ਅਸੀਂ ਰਿਸਪੈਕਟ ਨਹੀਂ ਦੇਵਾਂਗੇ, ਇਹ ਤਾਂ ਸਾਡੇ ਥੱਲੇ ਹੀ ਹੈ। ਇਹ ਮਾਈਂਡਸੈਟ ਜਦੋਂ ਫੈਡਰੇਸ਼ਨਸ ਦਾ ਆ ਜਾਂਦਾ ਹੈ, ਤਾਂ ਇਹ ਡਿਕਟੇਟਰਸ਼ਿਪ ਸ਼ੁਰੂ ਹੁੰਦੀ ਹੈ, ਪਲੇਅਰਸ ਨੂੰ ਸਪਰੈਸ ਕੀਤਾ ਜਾਂਦਾ ਹੈ। ਔਰ ਜ਼ਿਆਦਾਤਰ ਕੇਸ 'ਚ ਇਹ ਹੋਇਆ ਕਿ ਅਗਰ ਇੱਕ ਦੋ ਪਲੇਅਰ ਨੂੰ ਸਪਰੈਸ ਕਰਤਾ, ਉਹਦਾ ਕਰੀਅਰ ਖਰਾਬ ਕਰ ਗਿਆ, ਤਾਂ 10 ਬੰਦੇ ਚੁੱਪ ਹੋ ਜਾਂਦੇ ਆ। ਔਰ ਇਸ 'ਚ ਅੱਛੀ ਗੱਲ ਇਹ ਹੈ ਕਿ ਪਲੇਅਰਾਂ ਨੇ ਯੂਨਿਟੀ ਦਿਖਾਈ ਹੈ ਔਰ ਇੱਕ ਉਹ ਸਟੈਂਡ ਰੱਖਿਆ ਉਹਨਾਂ ਨੇ ਕਿ ਅਸੀਂ ਜਿਹੜੀ ਹੈ ਬਈ ਫੈਡਰੇਸ਼ਨ ਦੇ ਅੱਗੇ ਉਹ ਸਟੈਂਡ ਨੂੰ ਕਾਇਮ ਰੱਖਾਂਗੇ। ਤਾਂ ਸਪੋਰਟਸ ਮਿਨਿਸਟਰੀ ਨੂੰ ਔਰ ਸੈਂਟਰਲ ਲੀਡਰਸ਼ਿਪ ਨੂੰ ਵੀ ਇਸ ਚੀਜ਼ ਤੋਂ ਦੇਖਣਾ ਚਾਹੀਦਾ ਹੈ, ਕਿਉਂਕਿ ਇਹ ਉਹ ਸਿਰਫ ਫੈਡਰੇਸ਼ਨ ਦੇ ਖਿਲਾੜੀ ਨਹੀਂ ਹੈ, ਜਾਂ ਹਰਿਆਣੇ ਦੇ ਖਿਲਾੜੀ ਨਹੀਂ ਹੈ, ਜਾਂ ਪੰਜਾਬ ਦੇ ਨਹੀਂ ਹੈ, ਉਹ ਦੇਸ਼ ਵਾਸਤੇ ਮੈਡਲ ਜਿੱਤ ਰਹੇ। ਔਰ ਅਗਰ ਦੇਸ਼ ਦਾ ਇੱਕ ਓਲੰਪਿਕਸ ਜਾਂ ਵਰਲਡ ਚੈਂਪੀਅਨਸ਼ਿਪ ਮੈਡਲ ਆਉਂਦਾ ਹੈ, ਤਾਂ ਉਹ ਪੂਰੀ ਇੱਕ ਜਨਰੇਸ਼ਨ ਨੂੰ ਮੋਟੀਵੇਟ ਕਰਦਾ ਕਿ ਅਸੀਂ ਵੀ ਸਪੋਰਟਸ ਨੂੰ ਜੁਆਇਨ ਕਰੀਏ। ਅਜਿਹੀਆਂ ਗੱਲਾਂ ਤੋਂ, ਅਜਿਹੇ ਘਟਨਾਕ੍ਰਮ ਤੋਂ ਸਮਝਿਆ ਕੀ ਜਾਵੇ? ਬਹੁਤ ਸਾਰੇ ਮਾਪੇ ਇਸ ਵਕਤ ਵੀ ਸੋਚ ਰਹੇ ਹੋਣਗੇ, ਇੰਟਰਵਿਊ ਆਪਾਂ ਕਰ ਰਹੇ ਹਾਂ ਜੇ ਇਸ ਤੋਂ ਪਹਿਲਾਂ ਵੀ, ਬੱਚੇ ਆ ਪਿੱਛੇ ਵੀ ਆਪਣੇ ਪ੍ਰੈਕਟਿਸ ਕਰ ਰਹੇ ਆ, ਮਾਪਿਆਂ ਦੇ ਆਪਣੇ ਵੀ ਸੁਪਨੇ ਹੁੰਦੇ ਆ, ਬੱਚਿਆਂ ਦੇ ਵੀ ਹੁੰਦਾ ਕਿ ਮੈਂ ਸਪੋਰਟਸ ਵਾਲੇ ਪਾਸੇ ਮੱਲਾਂ ਮਾਰਨੀਆਂ, ਨਾਮ ਉੱਚਾ ਕਰਨਾ ਹੈ। ਜਿਹੜੇ ਸੋਚ ਰਹੇ ਆ ਐਂਟਰੀ ਕਰਨ ਲਈ, ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਖੇਡ ਖੇਤਰ 'ਚ ਤੁਹਾਡੇ ਨਾਲ ਆਹ ਵਧੀਕੀਆਂ ਵੀ ਹੋ ਸਕਦੀਆਂ, ਮਨ ਬਣਾ ਕੇ ਆਓ? ਦੇਖੋ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਆਉਂਦੀ ਹੈ, ਉਹਦੇ 'ਚ ਇੱਕ ਪ੍ਰੋਫੈਸ਼ਨ ਦਾ ਨਾਮ ਤਾਂ ਖਰਾਬ ਹੁੰਦਾ ਹੀ ਹੁੰਦਾ। ਅਸੀਂ ਕਿਉਂ ਕਹਿੰਦੇ ਕਿ ਬਈ ਅਸੀਂ ਪ੍ਰੋਫੈਸਰ ਬਣਨਾ ਹੈ, ਜਾਂ ਸਾਡਾ ਬੱਚਾ IAS ਬਣੇ, IPS ਬਣੇ, ਜਾਂ ਅੱਛਾ ਸਪੋਰਟਸ ਜਾਏ, ਕਿਉਂਕਿ ਉਹਦੇ ਨਾਲ ਜਿਹੜਾ ਰੁਤਬਾ ਹੈ, ਉਹਦੇ ਨਾਲ ਜਿਹੜੀ ਰਿਸਪੈਕਟ ਹੈ, ਉਹਦੇ ਨਾਲ ਜਿਹੜੇ ਹੋਰ ਇਨਸੈਂਟਿਵ ਹੈ, ਉਹ ਦੇਖਦੇ ਹੋਏ ਚੀਜ਼ਾਂ ਨੂੰ ਮੋਟੀਵੇਟ ਚੀਜ਼ ਕਰਦੀ ਹੈ। ਤਾਂ ਅਗਰ ਸਪੋਰਟਸ ਇਸ ਤਰ੍ਹਾਂ ਦੀ ਰੈਗੂਲਰ ਚੀਜ਼ ਆਣਗੀ, ਤਾਂ ਕੱਲ ਪੇਰੈਂਟਸ ਜਿਹੜੇ ਉਹ ਡੀਮੋਟੀਵੇਟ ਹੋਣਗੇ, ਉਹ ਕਹਿਣਗੇ ਵੀ ਰਹਿਣ ਦਿਓ, ਵੀ ਕਾਹਨੂੰ ਸਪੋਰਟਸ ਕਰਨਾ ਹੈ। ਔਰ ਅਗਰ ਇੱਕ ਮਾਂ ਪਿਓ ਵਾਸਤੇ, ਕਿ ਅਗਰ ਕੁੜੀ ਦੀ ਗੱਲ ਕਰੀਏ, ਤਾਂ ਕੁੜੀ ਦਾ ਸਾਡੇ ਸਮਾਜ 'ਚ ਵੈਸੇ ਉਹਨੂੰ ਬਹੁਤ ਸਟਰਗਲ ਕਰਨਾ ਪੈਂਦਾ ਹੈ। ਪਹਿਲੀ ਉਹਦੀ ਲੜਾਈ ਆਪਣੇ ਘਰ ਤੋਂ ਸ਼ੁਰੂ ਹੋ ਜਾਂਦੀ ਹੈ, ਫਿਰ ਸਮਾਜ ਆ ਜਾਂਦਾ, ਉਹਦੇ ਬਾਅਦ ਉਹ ਸਪੋਰਟਸ ਕਰਦੀ ਹੈ। ਤਾਂ ਅਗਰ ਇਹ ਜ਼ਿਆਦਾ ਚੀਜ਼ਾਂ ਆਣਗੀ, ਤਾਂ ਪਹਿਲੇ ਹੀ ਮਾਂ ਪਿਓ ਘੱਟ ਆਪਣੇ ਕੁੜੀਆਂ ਨੂੰ ਭੇਜਦੇ ਆ, ਹੁਣ ਹੋਰ ਘੱਟ ਹੋ ਜਾਣਗਾ। ਜਦੋਂ ਤੁਸੀਂ ਪਿੰਡਾਂ ਵਿੱਚ ਗਏ ਸੀ, ਜਦੋਂ ਇੱਕ ਬਤੌਰ ਲੇਖਕ ਵੀ, ਪੱਤਰਕਾਰ ਵਜੋਂ ਵੀ, ਉੱਥੇ ਦੇਖਿਆ ਕਿ ਮਾਪਿਆਂ ਦੇ ਜ਼ਿਹਨ 'ਚ ਕੀ ਚੱਲਦਾ ਸੀ, ਖਿਡਾਰੀਆਂ ਦੇ ਜ਼ਿਹਨ 'ਚ ਕੀ ਚੱਲਦਾ ਸੀ, ਚਾਹੇ ਉਹ ਫੋਗਾਟ ਫੈਮਿਲੀ ਦੀ ਗੱਲ ਕਰੀਏ, ਜਿਸ ਤਰ੍ਹਾਂ ਦੇ ਹੋਰ ਤਜਰਬੇ ਤੁਹਾਡੇ ਪਿੰਡ? ਦੇਖੀਏ, ਮਹਾਵੀਰ ਫੋਗਾਟ ਦਾ ਜਿਹੜਾ ਇੱਕ ਸਟੈਂਡ ਰਿਹਾ, ਕਿਉਂਕਿ ਜਦੋਂ ਇਹ ਗੱਲ ਹੈ 2000 ਦੀ, ਕਿਉਂਕਿ ਅੱਜ 2022 ਹੈ, 23 ਹੋ ਗਿਆ, ਤਾਂ ਅੱਜ ਜਿਹੜੀ ਸੁਸਾਇਟੀ ਹੈ, ਔਰ ਉਸ ਟਾਈਮ ਸੁਸਾਇਟੀ ਬਹੁਤ ਅਲੱਗ ਸੀਗੀ, ਤਾਂ ਉਹਨੇ 2000 ਜਦੋਂ ਇੱਕ ਸਟੈਂਡ ਲਿੱਤਾ ਕਿ ਮੈਂ ਆਪਣੀ ਕੁੜੀਆਂ ਨੂੰ ਰੈਸਲਿੰਗ ਕਰਾਵਾਂਗਾ, ਤਾਂ ਉਸ ਟਾਈਮ ਬਹੁਤ ਗਿਣੀ ਚੁਣੀ ਕੁੜੀਆਂ ਰੈਸਲਿੰਗ ਕਰਦੀ ਸੀ, ਔਰ ਜ਼ਿਆਦਾਤਰ ਦਿੱਲੀ 'ਚ ਸੀਗੀ, ਤਾਂ ਪਿੰਡਾਂ 'ਚ ਤਾਂ ਵੈਸੇ ਵੀ ਬਹੁਤ ਰੇਅਰ ਹੋ ਸੀਗਾ। ਤਾਂ ਉਹਨੂੰ ਬਹੁਤ ਸਟਰਗਲ ਕਰਨਾ ਪਿਆ, ਲੇਕਿਨ ਉਹਦਾ ਸਟੈਂਡ ਸੀਗਾ। ਤਾਂ ਜਦੋਂ ਇੱਕ ਫਾਦਰ ਦਾ ਸਟੈਂਡ ਆ ਗਿਆ, ਤਾਂ ਉਹਨੇ ਆਪਣੀ ਕੁੜੀਆਂ ਨੂੰ ਸੇਫਗਾਰਡ ਕੀਤਾ। ਤਾਂ ਠੀਕ ਹੈ, ਉਹਨੇ ਪਰਵਾਹ ਨਹੀਂ ਕੀਤੀ ਕਿ ਸੁਸਾਇਟੀ ਦੀਆਂ, ਲੇਕਿਨ ਜਿੱਥੇ ਅਗਰ ਮਾਂ ਪਿਓ ਉਹਨਾਂ ਸਪੋਰਟ ਨਹੀਂ ਕਰ ਸਕਦੇ, ਤਾਂ ਫਿਰ ਸੁਸਾਇਟੀ ਤਾਂ ਬਿਲਕੁਲ ਹੀ ਉਹਨਾਂ ਨੂੰ ਅੱਗੇ ਵਧਣ ਹੀ ਨਹੀਂ ਦੇਗੀ।
ਤਾਂ ਇਹ ਉਸ ਚੀਜ਼ਾਂ ਵਾਸਤੇ ਕਿ ਠੀਕ ਹੈ ਵੀ ਹਰ ਕੁੜੀ ਦਾ ਹੁਣ ਉਹ ਲੱਕੀ ਨਹੀਂ ਹੋਏਗਾ ਕਿ ਉਹਨੂੰ ਉਹਦਾ ਫਾਦਰ ਮਹਾਵੀਰ ਫੋਗਾਟ ਹੋਣ। ਔਰ ਕਈ ਇਸ ਤਰ੍ਹਾਂ ਵੀ ਬੱਚੇ ਹੁੰਦੇ ਕਿ ਜਿਨ੍ਹਾਂ ਦੇ ਪੇਰੈਂਟਸ ਨੂੰ ਸਪੋਰਟਸ ਬਾਰੇ ਨਹੀਂ ਪਤਾ ਹੁੰਦਾ, ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਸਾਡਾ ਬੱਚਾ ਸਪੋਰਟਸ ਜਾਏ। ਤਾਂ ਉੱਥੇ ਜਿਹੜੀ ਇਹ ਚੀਜ਼ਾਂ ਜਿਹੜੀ ਹੈ ਇਹ ਰੁਕਾਵਟ ਆ ਜਾਂਦੀ ਹੈ, ਔਰ ਉਸ ਰੁਕਾਵਟ ਦੇ ਨਾਲ ਸਪੋਰਟਸ ਨੂੰ ਕਿਤੇ ਨਾ ਕਿਤੇ ਧੱਕਾ ਲੱਗਦਾ ਹੈ। ਜੀ, ਇੱਕ ਮੇਰਾ ਆਖਰੀ ਸਵਾਲ ਕਿ ਖੇਡ ਮਹਿਕਮੇ ਦੇ ਅੰਦਰ ਅਜਿਹੀ ਕਿਹੜੀ ਪਾਲਿਸੀ ਨੀਤੀ ਹੋਣੀ ਚਾਹੀਦੀ ਹੈ ਕਿ ਪਾਰਦਰਸ਼ੀ ਢੰਗ ਰਵੇ, ਨਾ ਤਾਂ ਕੋਚ ਖਿਡਾਰੀ ਨੂੰ ਤੰਗ ਕਰੇ, ਨਾ ਖਿਡਾਰੀ ਨਜਾਇਜ਼ ਫਾਇਦਾ ਚੁੱਕੇ, ਖਾਸ ਕਰਕੇ ਸੰਸਥਾਵਾਂ ਨੇ ਜਿਹੜੀਆਂ ਉਹ ਵੀ ਨਜਾਇਜ਼ ਫਾਇਦਾ ਨਾ ਚੁੱਕਣ, ਕਿ ਸਿਲੈਕਸ਼ਨ ਰਿਜੈਕਸ਼ਨ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਦਾ ਫਾਇਦਾ ਚੁੱਕਿਆ ਜਾਵੇ ਖਿਡਾਰੀਆਂ। ਦੇਖੋ ਜਿਹੜੀ ਇੱਕ ਨੈਸ਼ਨਲ ਸਪੋਰਟਸ ਕੋਡ ਹੈ, ਤਾਂ ਨੈਸ਼ਨਲ ਸਪੋਰਟਸ ਕੋਡ ਕਰਕੇ ਸਾਰੀ ਫੈਡਰੇਸ਼ਨਸ ਨੂੰ, ਜਿਹੜੀ ਨੈਸ਼ਨਲ ਫੈਡਰੇਸ਼ਨਸ ਹੈ ਉਹਨਾਂ ਨੂੰ ਕੰਪਲਸਰੀ ਹੈ ਕਿ ਉਹ ਐਥਲੀਟ ਕਮਿਸ਼ਨ ਬਣਾਉਣ। ਐਥਲੀਟ ਕਮਿਸ਼ਨ ਦਾ ਹੈ ਕਿ ਉਹਦੇ 'ਚ ਐਥਲੀਟਸ ਦੇ ਰਿਪਰੈਜ਼ੈਂਟੇਟਿਵ ਹੁੰਦੇ ਆ, ਕਿ ਐਥਲੀਟਸ ਦੀ ਜਿਹੜੀ ਕੋਈ ਪ੍ਰੋਬਲਮ ਹੈ ਉਹ ਫੈਡਰੇਸ਼ਨ ਨਾਲ ਗੱਲ ਕਰ ਸਕਦੇ, ਫੈਡਰੇਸ਼ਨ ਵੀ ਐਥਲੀਟਸ ਨਾਲ, ਪਲੇਅਰਾਂ ਨਾਲ ਗੱਲ ਸਕਦੀ, ਉਹ ਇੱਕ ਤਰੀਕੇ ਨਾਲ ਬ੍ਰਿਜ ਦਾ ਕੰਮ ਕਰਦੀ ਹੈ। ਲੇਕਿਨ ਇਹ ਸਾਰੀ ਫਾਰਮੈਲਿਟੀਜ਼ ਹੁੰਦੀਆਂ, ਜਦੋਂ ਆਪਾਂ ਐਥਲੀਟ ਕਮਿਸ਼ਨ ਅਗਰ ਅੱਛੇ ਤਰੀਕੇ ਨਾਲ ਨਹੀਂ ਬਣਾਇਆ, ਉਹਨਾਂ ਨੂੰ ਪਾਵਰ ਨਹੀਂ ਦਿੱਤੀ, ਤਾਂ ਜਦੋਂ ਇਸ ਤਰ੍ਹਾਂ ਦੀ ਕਮੇਟੀਆਂ ਇੱਕ ਫਾਰਮੈਲਿਟੀ ਬਣ ਕੇ ਬਣਦੀਆਂ ਤਾਂ ਹੀ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਹੈ। ਤਾਂ ਜਿਹੜੀ ਵੀ ਇਸ ਤਰ੍ਹਾਂ ਦੀ ਚਾਹੇ ਸੈਕਸ਼ੁਅਲ ਹਰਾਸਮੈਂਟ ਕਮੇਟੀ ਹੈ, ਐਥਲੀਟ ਕਮਿਸ਼ਨ ਹੈ, ਤਾਂ ਇਹ ਸਾਰੀ ਜਿਹੜੀ ਹੈ ਇੱਕ ਇਸ ਸਹੀ ਤਰੀਕੇ ਨਾਲ ਇਹ ਕਮੇਟੀਆਂ ਬਣਾਉਣੀ ਚਾਹੀਦੀ ਹੈ। ਔਰ ਸਪੋਰਟਸ ਮਿਨਿਸਟਰੀ ਨੂੰ ਇਹ 'ਤੇ ਇੱਕ ਤਰੀਕੇ ਨਾਲ ਵਾਚ ਕਰਨਾ ਚਾਹੀਦਾ ਕਿ ਜਿਹੜੀ ਨੈਸ਼ਨਲ ਫੈਡਰੇਸ਼ਨ ਹੈ ਕਿ ਇੱਕ ਫਾਰਮੈਲਿਟੀ ਵਾਲਾ ਕੰਮ ਕਰ ਰਹੀ ਹੈ ਇਸ ਕਮੇਟੀਆਂ ਨੂੰ ਲੈ ਕੇ, ਸਿਰਫ ਉਹਨਾਂ ਦੇ ਰਿਜ਼ਲਟਸ ਨੂੰ ਨਾ ਦੇਖੋ ਕਿ ਵੀ ਠੀਕ ਹੈ ਇਸ 'ਚ ਅੱਛੇ ਪਲੇਅਰ ਆ ਗਏ ਤਾਂ ਵੀ ਫੈਡਰੇਸ਼ਨ ਅੱਛਾ ਕੰਮ ਕਰ ਰਹੀ ਹੈ, ਉਹਨਾਂ ਦੇ ਇੰਟਰਨਲ ਚੀਜ਼ਾਂ ਵੀ ਇੱਕ ਮੋਨੀਟਰਿੰਗ ਹੋਣੀ ਚਾਹੀਦੀ ਹੈ। ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਹੜੇ ਆਪਣੇ ਤਜਰਬੇ ਵਿੱਚੋਂ ਇੱਕ ਬਤੌਰ ਲੇਖਕ ਵੀ, ਪੱਤਰਕਾਰ ਵਜੋਂ ਵੀ ਸਾਂਝਾ ਕਰ ਗਏ ਸਾਡੇ ਨਾਲ, ਜਿਹੜੀਆਂ ਕਹਾਣੀਆਂ ਜਾਂ ਘਟਨਾਕ੍ਰਮ ਅਜਿਹੇ ਇਲਜ਼ਾਮਾਤ ਸਾਹਮਣੇ ਆਉਂਦੇ ਨੇ ਉਸ ਦੇ ਉੱਤੇ ਇਹਨਾਂ ਦਾ ਕੀ ਨਜ਼ਰੀਆ ਹੈ। ਖਾਸ ਕਰਕੇ ਜਦੋਂ ਇਹਨਾਂ ਨੇ ਕਿਤਾਬ ਲਿਖੀ ਅਖਾੜਾ, ਤਾਂ ਉਸ ਦੇ ਉੱਤੇ ਮੂਵੀ ਵੀ ਜਿਹੜੀ ਦੰਗਲ ਬਣੀ, ਉਹ ਤਜਰਬਾ ਵੀ ਇਹਨਾਂ ਨੇ ਸਾਂਝਾ ਕੀਤਾ ਕਿ ਕਿਵੇਂ ਮਹਾਵੀਰ ਸਿੰਘ ਫੋਗਾਟ ਨੇ ਆਪਣੀਆਂ ਧੀਆਂ ਦੇ ਲਈ ਪਹਿਲ ਕਦਮੀ ਕੀਤੀ, ਔਰ ਜਦੋਂ ਵੀ ਇਸ ਤਰ੍ਹਾਂ ਦੇ ਇਸ਼ੂ ਉੱਠਦੇ ਨੇ ਉਹਨਾਂ ਦਾ ਹੱਲ ਕੀ ਹੈ, ਸੋਲਿਊਸ਼ਨ ਕੀ ਹੈ। ਇਸ ਦੇ ਉੱਤੇ ਜੇਕਰ ਧਿਆਨ ਦੇ ਲਿਆ ਜਾਵੇ ਤਾਂ ਬਹੁਤ ਸਾਰੇ ਖਿਡਾਰੀ ਆਪਣੀ ਉਡਾਰੀ ਆਪਣੀ ਮਰਜ਼ੀ ਨਾਲ ਮਾਰ ਸਕਦੇ ਨੇ, ਔਰ ਸੰਸਥਾਵਾਂ ਦੀ ਵੀ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।